ਸੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ 'ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ PSTET, CTET ਅਤੇ ਮਾਸਟਰ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਫੈਡਰਲਿਜ਼ਮ ਦਾ ਜਿਹੜਾ ਟੌਪਿਕ ਆ ਉਹ ਡਿਸਕਸ ਕਰਾਂਗੇ। 3rd ਨੰਬਰ ਪਾਰਟ ਰਹੇਗਾ, ਲਾਸਟ ਪਾਰਟ ਇਹ ਰਹੇਗਾ। ਸੋ ਇਹਦੇ ਵਿੱਚ ਜਿੰਨੇ ਆਪਣੇ MCQ ਬਣਦੇ ਨੇ ਫੈਡਰਲਿਜ਼ਮ ਦੇ ਵਿੱਚੋਂ ਉਹ ਆਪਾਂ ਸਾਰੇ ਕੰਪਲੀਟ ਕਰ ਲੈਣੇ, ਠੀਕ ਹੈ। ਅਤੇ ਸਾਰੇ ਜਿਹੜੇ MCQ ਨੇ ਵੱਖ-ਵੱਖ ਪੇਪਰਾਂ ਦੇ ਵਿੱਚ ਆਏ ਹੋਏ ਨੇ ਉੱਥੋਂ ਆਪਾਂ ਕਲੈਕਟ ਕੀਤੇ ਹੈਗੇ ਨੇ। ਸੋ ਇਹ ਤੁਹਾਨੂੰ ਮਾਸਟਰ ਕੇਡਰ, NTT, ਪਟਵਾਰੀ, PSPCL, ਪੰਜਾਬ ਪੁਲਿਸ, PPSC ਅਤੇ PSTET ਐਗਜ਼ਾਮ ਦੇ ਲਈ ਹੈਲਪਫੁਲ ਰਹੂਗੀ। WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ ਜਿਹੜੀਆਂ PDF ਆ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਇਹਦਾ ਸੈਸ਼ਨ। ਸੋ 41 ਨੰਬਰ ਕੁਐਸਚਨ ਹੈ ਜੀ। ਇਸ ਤੋਂ ਪਹਿਲਾਂ 40 ਕੁਐਸਚਨ ਜਿਹੜੇ ਆ ਉਹ ਕੰਪਲੀਟ ਹੋ ਚੁੱਕੇ ਨੇ, ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋ। ਓਕੇ, ਸੋ ਇਸ ਫੈਡਰਲਿਜ਼ਮ ਦੇ ਵਿੱਚ ਸਭ ਤੋਂ ਵੱਧ ਇੰਪੋਰਟੈਂਟ ਜਿਹੜਾ ਹੈ ਉਹ ਸਰਕਾਰੀਆ ਕਮਿਸ਼ਨ ਹੀ ਹੈ, ਠੀਕ ਹੈ। ਇਸ ਕਰਕੇ ਇਹਨੂੰ ਧਿਆਨ ਨਾਲ ਨੋਟ ਕਰ ਲਿਓ। ਸਰਕਾਰੀਆ ਕਮਿਸ਼ਨ ਜਿਹੜਾ ਹੈ ਉਹ ਕਿਸ ਦੇ ਨਾਲ ਸੰਬੰਧਿਤ ਹੈ ਜੀ? ਇਹਨਾਂ 'ਚੋਂ ਆਪਸ਼ਨ ਇੱਕ ਹੈ ਜੀ ਪ੍ਰਸ਼ਾਸਨਿਕ ਸੁਧਾਰਾਂ ਦੇ ਨਾਲ, ਚੋਣ ਸੁਧਾਰਾਂ ਦੇ ਨਾਲ, ਵਿੱਤੀ ਸੁਧਾਰਾਂ ਦੇ ਨਾਲ ਅਤੇ ਜਾਂ ਫਿਰ ਕੇਂਦਰ ਰਾਜ ਸੰਬੰਧਾਂ ਦੇ ਨਾਲ। ਸੋ ਇਹ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਹੈ ਕਿਉਂਕਿ ਆਪਾਂ ਥਿਊਰੀ ਦੇ ਵਿੱਚ ਇਹ ਸਾਰਾ ਟੌਪਿਕ ਬੜੀ ਡਿਟੇਲ ਦੇ ਵਿੱਚ ਡਿਸਕਸ ਕੀਤਾ ਸੀ। ਹਰ ਇੱਕ ਚੀਜ਼ ਦੇ ਵਿੱਚ ਆਪਾਂ ਕਵਰ ਕੀਤੀ ਸੀਗੀ। ਓਕੇ, ਸੋ ਸਰਕਾਰੀਆ ਜਿਹੜਾ ਕਮਿਸ਼ਨ ਹੈ ਇਹ ਸੰਬੰਧਿਤ ਹੈ ਜੀ ਕੇਂਦਰ ਰਾਜ ਸੰਬੰਧਾਂ ਦੇ ਨਾਲ। ਸੋ ਇਹਦੇ ਵਿੱਚ ਕੀ ਹੈ ਕਿ ਬੈਲੈਂਸ ਬਣਾ ਕੇ ਰੱਖਣਾ ਹੈ ਜੀ ਪਾਵਰਸ ਦਾ, ਠੀਕ ਹੈ। ਕਿਹਦੇ ਵਿਚਕਾਰ ਜੀ? ਕੇਂਦਰ ਅਤੇ ਰਾਜ ਦੇ ਵਿਚਕਾਰ। ਓਕੇ, ਸੋ ਇਹ ਕਮਿਸ਼ਨ ਜਿਹੜਾ ਹੈ ਇਹ 1983 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਜੀ, ਜੂਨ ਮਹੀਨੇ ਦੇ ਵਿੱਚ। ਓਕੇ, ਅਤੇ ਇਹ PM ਇੰਦਰਾ ਗਾਂਧੀ ਦੇ ਦੁਆਰਾ ਜਿਹੜਾ ਕਹਿੰਦੇ ਆ ਸ਼ੁਰੂਆਤ ਕੀਤੀ ਗਈ ਸੀਗੀ ਇਸ ਕਮਿਸ਼ਨ ਦੀ, ਇੰਦਰਾ ਗਾਂਧੀ ਦੇ ਦੁਆਰਾ। ਓਕੇ, ਇਹ ਕਾਫੀ ਇੰਪੋਰਟੈਂਟ ਹੈ। ਅਤੇ ਇਹਦਾ ਚੇਅਰਮੈਨ ਜਿਹੜਾ ਹੈ ਉਹ ਬਣਾਇਆ ਗਿਆ ਸੀਗਾ ਜਸਟਿਸ, ਸੁਪਰੀਮ ਕੋਰਟ ਦਾ ਜਸਟਿਸ ਸੀਗਾ ਜੀ, ਜਿਸ ਦਾ ਨਾਮ ਸੀ ਜੀ RS ਸਰਕਾਰੀਆ। ਉਹਦੇ ਆਧਾਰ ਦੇ ਉੱਪਰ ਹੀ ਜਿਹੜਾ ਇਸ ਦਾ ਨਾਮ ਹੈ ਉਹ ਰੱਖਿਆ ਗਿਆ ਸੀ ਸਰਕਾਰੀਆ ਕਮਿਸ਼ਨ। ਔਰ ਇਸ ਦੇ ਵਿੱਚ ਕੇਂਦਰ ਅਤੇ ਰਾਜ ਨੂੰ ਲੈ ਕੇ ਜਿਹੜੀਆਂ 247 ਰੈਕੋਮੈਂਡੇਸ਼ਨ ਜਿਹੜੀਆਂ ਸਿਫਾਰਸ਼ਾਂ ਸੀ ਜਿਹੜੀਆਂ ਉਹਦੀ ਗੱਲ ਕੀਤੀ ਗਈ ਸੀ ਕਿ ਆਹ ਸਿਸਟਮ ਜਿਹੜੇ ਹੋਣੇ ਚਾਹੀਦੇ ਨੇ ਤਾਂ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ ਜਿਹੜੇ ਸੰਬੰਧ ਨੇ ਉਹ ਅੱਛੇ ਬਣਾਏ ਜਾ ਸਕਣ। ਓਕੇ, ਸੋ ਇਹਦੇ ਨਾਲ ਰਿਲੇਟਡ ਹੈ। ਇੱਕ ਆ ਪ੍ਰਸ਼ਾਸਨਿਕ ਵਾਲਾ ਲਿਖ ਲਿਓ, ਪ੍ਰਸ਼ਾਸਨਿਕ ਸੁਧਾਰ ਦੇ ਨਾਲ ਸੰਬੰਧਿਤ ਇੱਕ ਰਿਫੋਰਮ ਜਿਹੜਾ ਚੱਲਿਆ ਸੀਗਾ। ਓਕੇ, ਇਹਦੇ ਅਧੀਨ ਜਿਹੜਾ ਕਮਿਸ਼ਨ ਬਣਾਇਆ ਗਿਆ ਸੀ ਉਹ 5 ਜਨਵਰੀ 1966 ਨੂੰ ਬਣਾਇਆ ਸੀਗਾ ਅਤੇ ਇਹਦੇ ਚੇਅਰਮੈਨ ਸੀਗੇ ਜੀ ਮੋਰਾਰਾ ਜੀ ਦੇਸਾਈ। ਮੋਰਾਰਾ ਜੀ ਦੇਸਾਈ ਇਹ ਇਹਦੇ ਚੇਅਰਮੈਨ ਸੀਗੇ, ਠੀਕ ਹੈ ਜੀ। ਇਹਨਾਂ ਦਾ ਮੇਨ ਕੰਮ ਸੀ ਜੀ ਪ੍ਰਸ਼ਾਸਨਿਕ ਸੁਧਾਰ ਕਰਨਾ, ਇਹ ਇਹਦੇ ਨਾਲ ਆਉਂਦੇ ਹੈਗੇ ਆ। ਸੋ ਵੀ ਨੋਟ ਕਰ ਲਿਓ। ਨੈਕਸਟ ਹੈ ਜੀ 42 ਨੰਬਰ, ਸਰਕਾਰੀਆ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ ਜੀ ਸਰਕਾਰੀ ਮੁਲਾਜ਼ਮਾਂ ਦੇ ਲਈ ਨਵੀਂ ਤਨਖਾਹ ਸਕੇਲ ਦੇ ਲਈ, ਸਰਕਾਰੀ ਮੁਲਾਜ਼ਮਾਂ ਦੇ ਨਵੀਂ ਤਨਖਾਹ ਦੇ ਲਈ ਜਾਂ ਫਿਰ ਕੇਂਦਰ ਰਾਜ ਸੰਬੰਧਾਂ ਦੇ ਲਈ, ਰਾਮ ਜਨਮ ਭੂਮੀ ਬਾਬਰੀ ਮਸਜਿਦ ਵਿਵਾਦ ਦੇ ਨਾਲ ਸੰਬੰਧਿਤ ਜਾਂ ਫਿਰ ਕਾਬਰੀ ਵਿਵਾਦ ਦੇ ਨਾਲ ਸੰਬੰਧਿਤ ਹੈ। ਸੋ ਇਹ ਹੁਣੇ ਆਪਾਂ ਗੱਲ ਕੀਤੀ ਹੈ ਲਾਸਟ ਪੁਆਇੰਟ 'ਚ ਕਿ ਸਰਕਾਰੀਆ ਕਮਿਸ਼ਨ ਜਿਹੜਾ ਹੈ ਉਹ ਕੇਂਦਰ ਰਾਜ ਸੰਬੰਧਾਂ ਦੇ ਨਾਲ ਰਿਲੇਟਡ ਸੀਗਾ, ਠੀਕ ਹੈ। ਜਿਹਦਾ ਮੁੱਖ ਮੋਟਿਵ ਸੀਗਾ ਜੀ ਬੈਲੈਂਸ ਕ੍ਰੀਏਟ ਕਰਨਾ ਸੀਗਾ ਜੀ, ਠੀਕ ਹੈ। ਸੌਰੀ, ਰਿਲੇਸ਼ਨਸ਼ਿਪ ਐਂਡ ਬੈਲੈਂਸ ਕ੍ਰੀਏਟ ਕਰਨਾ ਹੈ ਜੀ ਕਿਸ ਦੇ ਵਿਚਕਾਰ ਜੀ? ਸੈਂਟਰ ਐਂਡ ਸਟੇਟ ਦੇ ਵਿਚਕਾਰ। ਓਕੇ, ਸੋ ਇਸ ਕਰਕੇ ਇਹਦਾ B ਆਨਸਰ ਸਹੀ ਰਹੂਗਾ ਜੀ। ਸੋ ਅੱਗੇ ਇੱਕ ਹੋਰ ਹੈ, ਆ ਵੀ ਨੋਟ ਕਰ ਲਿਓ, ਰਾਜ ਵਿਵਾਦ ਵਾਲਾ ਜਿਹੜਾ ਨਾ ਜਨਮ ਭੂਮੀ ਵਾਲਾ ਜਿਹੜਾ। ਸੋ ਇਹ ਡਿਸਟ੍ਰੀਬਿਊਟ ਜਿਹੜਾ ਹੈ, ਇਹ ਡਿਸਟ੍ਰੀਬਿਊਟ ਜਿਹੜਾ ਹੈ ਸੰਬੰਧਿਤ ਹੈ ਜੀ ਉੱਤਰ ਪ੍ਰਦੇਸ਼ ਦੇ ਨਾਲ। ਉੱਤਰ ਪ੍ਰਦੇਸ਼ ਦੇ ਵਿੱਚ ਇਹ ਡਿਸਪਿਊਟ ਜਿਹੜਾ ਹੈ ਉਹ ਚੱਲਦਾ ਹੈ ਅਤੇ ਉੱਤਰ ਪ੍ਰਦੇਸ਼ ਦਾ ਕੇਂਦਰ ਹੈ ਜੀ ਅਯੋਧਿਆ। ਓਕੇ, ਅਯੋਧਿਆ ਇਸ ਖੇਤਰ ਦੇ ਵਿੱਚ ਇਹ ਜਿਹੜਾ ਸਿਸਟਮ ਚੱਲਿਆ ਸੀਗਾ ਰਾਮ ਜਨਮ ਭੂਮੀ, ਇਹ ਕੀ ਸਿਸਟਮ ਹੈ ਕਿ ਇਹਦੇ ਅਨੁਸਾਰ ਜਿਹੜੇ ਹਿੰਦੂ ਹੈ ਉਹ ਇਹ ਮੰਨਦੇ ਹੈਗੇ ਨੇ ਕਿ ਜਿਹੜਾ ਅਯੋਧਿਆ ਸਥਾਨ ਹੈਗਾ ਗਾ ਇਹ ਰਾਮ ਦਾ ਜਿਹੜਾ ਜਨਮ ਸਥਾਨ ਹੈ, ਸ਼੍ਰੀ ਰਾਮ ਉਹਨਾਂ ਦੇ ਜਿਹੜੇ ਦੇਵਤੇ ਹੈਗੇ ਆ ਉਹਨਾਂ ਦਾ ਜਿਹੜਾ ਕਹਿੰਦੇ ਇਹ ਜਨਮ ਸਥਾਨ ਹੈ। ਇਸ ਕਾਰਨ ਕਰਕੇ ਉਹ ਇਸ ਦੇ ਉੱਪਰ ਆਪਣਾ ਅਧਿਕਾਰ ਜਿਹੜਾ ਸਮਝਦੇ ਹੈਗੇ ਨੇਗੇ, ਠੀਕ ਹੈ। ਇਸੇ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹਿੰਦੂਆਂ ਨੇ ਜਿਹੜਾ ਕਹਿ ਸਕਦੇ ਹਾਂ 6 ਦਸੰਬਰ 1992 ਨੂੰ ਇਸ ਖੇਤਰ ਦੇ ਵਿੱਚ ਅਯੋਧਿਆ ਦੇ ਵਿੱਚ ਨਾ ਇੱਕ ਬਾਬਰੀ ਮਸਜਿਦ ਬਣੀ ਹੋਈ ਹੈ, ਉਸ ਨੂੰ ਢਾਹ ਕੇ
ਉਸ ਨੂੰ ਢਾਹ ਕੇ ਉਹਦੀ ਜਗ੍ਹਾ 'ਤੇ ਮੰਦਰ ਬਣਾ ਦਿੱਤਾ ਸੀਗਾ। ਇਹ ਇਹਦੀ ਇਤਿਹਾਸ ਹੈਗਾ, ਠੀਕ ਹੈ। ਸੋ ਇੱਥੇ ਇਹ ਮੰਦਰ ਬਣਾਉਣ ਦੇ ਕਾਰਨ ਕਰਕੇ ਜਿਹੜਾ ਇਹ ਵਿਵਾਦ ਸ਼ੁਰੂ ਹੋਇਆ ਸੀਗਾ ਅਤੇ ਹਿੰਦੂਆਂ ਦਾ ਇਹ ਕਹਿਣਾ ਸੀਗਾ ਕਿ ਬਾਬਰ ਨੇ ਨਾ ਇਸ ਸਥਾਨ ਦੇ ਵਿੱਚ 1528 ਦੇ ਵਿੱਚ ਇੱਥੇ ਮੰਦਰ ਸੀਗਾ ਹਿੰਦੂਆਂ ਦਾ, ਅਤੇ ਉਹਨੂੰ ਢਾਹ ਕੇ ਇੱਥੇ ਬਾਬਰੀ ਮਸਜਿਦ ਬਣਾਈ ਸੀਗੀ। ਇਸ ਕਰਕੇ ਹਿੰਦੂਆਂ ਨੇ ਜਿਹੜਾ ਇਸ ਚੀਜ਼ ਦਾ ਵਿਰੋਧ ਕੀਤਾ ਸੀ ਅਤੇ ਫਿਰ ਇਸ ਖੇਤਰ ਦੇ ਵਿੱਚ ਉਹਨਾਂ ਨੇ ਇੱਥੇ ਜਿਹੜੀ ਬਾਬਰੀ ਮਸਜਿਦ ਬਣਾਈ ਸੀ ਉਹਨੂੰ ਢਾਹ ਕੇ ਉੱਥੇ ਮੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਵਿਵਾਦ ਉਸ ਦੇ ਨਾਲ ਜੁੜਿਆ ਹੋਇਆ ਹੈ, ਉੱਤਰ ਪ੍ਰਦੇਸ਼ ਦੇ ਵਿੱਚ ਹੈ ਅਤੇ ਅਯੋਧਿਆ ਰਾਜ ਨਾਲ ਹੈ। ਇਹ 6 ਦਸੰਬਰ 1992 ਦੀ ਘਟਨਾ ਹੈ, ਇਹ ਵੀ ਯਾਦ ਰੱਖ ਲੈਣਾ। ਓਕੇ, ਸੋ ਇੱਕ ਹੋਰ ਹੈ ਅੱਗੇ ਕਾਬਰੀ, ਇਹ ਵੀ ਕਾਫੀ ਇੰਪੋਰਟੈਂਟ ਹੈ, ਇਹਦੇ ਵੀ ਆਪਾਂ ਥੋੜ੍ਹੀ ਜਿਹੀ ਨਜ਼ਰ ਮਾਰ ਲਈਏ। ਸੋ ਕਾਬਰੀ ਵਿਵਾਦ ਜਿਹੜਾ ਹੈ ਇਹ ਸੰਬੰਧਿਤ ਹੈਗਾ ਜੀ ਤਾਮਿਲਨਾਡੂ ਅਤੇ ਕਰਨਾਟਕਾ ਦੇ ਵਿਚਕਾਰ। ਤਾਮਿਲਨਾਡੂ ਐਂਡ ਕਰਨਾਟਕਾ, ਇਹਨਾਂ ਦੇ ਵਿਚਕਾਰ ਇਹ ਕਹਿ ਸਕਦੇ ਹਾਂ ਡਿਸਪਿਊਟ ਜਿਹੜਾ ਹੈ ਇਹ ਕ੍ਰੀਏਟ ਹੋਇਆ ਹੈਗਾ ਗਾ। ਇਹਦੇ ਅਧੀਨ ਜਿਹੜਾ ਕਹਿ ਸਕਦੇ ਹੈਗੇ ਆਂਗੇ ਕਿ ਇਹਨਾਂ ਦੇ ਵਿੱਚ ਪਾਣੀ ਦੀ ਵੰਡ ਕੀਤੀ ਗਈ ਹੈ। ਸੋ ਪਾਣੀ ਦੀ ਵੰਡ ਜਿਹੜੀ ਹੈ ਉਹ 3 ਰਾਜਾਂ ਦੇ ਵਿੱਚ ਕੀਤੀ ਗਈ ਹੈ, ਇੱਥੇ ਤਾਮਿਲਨਾਡੂ ਦੇ ਵਿੱਚ, ਕਰਨਾਟਕਾ ਦੇ ਵਿੱਚ ਅਤੇ ਕੇਰਲਾ ਦੇ ਵਿੱਚ। ਇਹਨਾਂ ਖੇਤਰਾਂ ਦੇ ਵਿੱਚ ਜਿਹੜੀ ਹੈ ਪਾਣੀ ਦੀ ਵੰਡ ਕੀਤੀ ਗਈ ਹੈ। ਇਹਦੇ ਅਧੀਨ ਕੀ ਹੈ ਕਿ ਤਾਮਿਲਨਾਡੂ ਨੂੰ ਜਿਹੜਾ ਹੈ 54% ਪਾਣੀ ਦਿੱਤਾ ਗਿਆ ਹੈ ਇਸ ਨਦੀ ਦਾ, ਅਤੇ ਕਰਨਾਟਕਾ ਨੂੰ ਜਿਹੜਾ ਹੈ 42% ਪਾਣੀ ਦਿੱਤਾ ਗਿਆ ਹੈ ਜੀ, ਅਤੇ ਕੇਰਲਾ ਨੂੰ ਜਿਹੜਾ ਹੈ 4.13% ਪਾਣੀ ਦਿੱਤਾ ਗਿਆ ਹੈਗਾ ਗਾ। ਓਕੇ, ਇਹਨਾਂ ਦੇ ਵਿਚਕਾਰ ਇਹ ਡਿਸਪਿਊਟ ਜਿਹੜਾ ਹੈ ਉਹ ਚੱਲ ਰਿਹਾ ਹੈਗਾ ਗਾ, ਅਤੇ ਇਹ ਸਭ ਤੋਂ ਪਹਿਲਾਂ ਇਹ ਡਿਸਪਿਊਟ ਜਿਹੜਾ ਹੈ ਸ਼ੁਰੂ ਹੋਇਆ ਸੀਗਾ 1892 ਦੇ ਵਿੱਚ। 1892 ਦੇ ਵਿੱਚ ਹੋਇਆ ਸੀਗਾ, ਅਤੇ ਫਸਟ ਐਗਰੀਮੈਂਟ ਜਿਹੜਾ ਹੈ ਇਸ ਸਾਲ ਦੇ ਵਿੱਚ ਹੀ ਹੋਇਆ ਸੀਗਾ, ਪਹਿਲਾ ਸਮਝੌਤਾ ਇਸ ਨਦੀ ਨੂੰ ਲੈ ਕੇ। ਓਕੇ, ਕਿਹੜੇ ਕਿਹੜੇ ਖੇਤਰਾਂ ਦੇ ਵਿਚਕਾਰ ਸੀਗਾ ਜੀ? ਉਸ ਸਮੇਂ ਇਹ ਖੇਤਰ ਮਦਰਾਸ ਕਹਾਉਂਦਾ ਸੀ, ਇੱਕ ਖੇਤਰ ਤਾਂ ਇਹਨਾਂ 'ਚੋਂ, ਅਤੇ ਦੂਸਰਾ ਖੇਤਰ ਜਿਹੜਾ ਹੈ ਉਹ ਮੈਸੂਰ ਕਹਾਉਂਦਾ ਸੀਗਾ। ਓਕੇ, ਇਹਨਾਂ ਦੋਨਾਂ ਦੇ ਵਿਚਕਾਰ ਇਹ ਡਿਸਪਿਊਟ ਉਦੋਂ ਹੱਲ ਹੋਇਆ ਸੀਗਾ। ਫਿਰ ਇਹ ਦੁਬਾਰਾ ਤੋਂ ਸ਼ੁਰੂ ਹੁੰਦਾ ਆਜ਼ਾਦੀ ਤੋਂ ਬਾਅਦ 1947 ਤੋਂ। ਫਿਰ ਇਸ ਨੂੰ ਦੁਬਾਰਾ ਤੋਂ ਖਤਮ ਕਰਨ ਦੇ ਲਈ ਵੱਖ-ਵੱਖ ਕਮੇਟੀਆਂ ਬਣਾਉਂਦੇ ਰਹੇ ਹੈਗੇ ਆ, ਅਤੇ ਲਾਸਟ ਕਮੇਟੀ ਜਿਹੜੀ ਹੈ ਇਹਦੀ 2018 ਦੇ ਵਿੱਚ ਬਣਾਈ ਗਈ ਸੀਗੀ, ਠੀਕ ਹੈ, ਜਿਸ ਦਾ ਨਾਮ ਰੱਖਿਆ ਗਿਆ ਸੀਗਾ ਜੀ ਕਾਵੇਰੀ ਵਾਟਰ ਮੈਨੇਜਮੈਂਟ। ਇਹ ਨਾਮ ਯਾਦ ਕਰ ਲਿਓ ਬਈ, ਜ਼ਰੂਰੀ ਹੈ, ਠੀਕ ਹੈ, ਅਥਾਰਟੀ। ਇਹ ਕਮੇਟੀ ਜਿਹੜੀ ਹੈ ਬਣਾਈ ਗਈ ਸੀ, ਜਿਹਦਾ ਮੇਨ ਕੰਮ ਸੀ ਕਿ ਪਾਣੀ ਦੀ ਜਿਹੜੀ ਡਿਸਟਰੀਬਿਊਸ਼ਨ ਆ ਉਹ ਸਹੀ ਤਰੀਕੇ ਦੇ ਨਾਲ ਕਰਨਾ। ਓਕੇ, ਅਤੇ ਇਸ ਦਾ ਹੈੱਡ ਪਤਾ ਕੌਣ ਸੀ ਜੀ? ਨੋਟ ਕਰ ਲਿਓ, ਇਹਦਾ ਹੈੱਡ ਸੀਗਾ ਜੀ ਮਸੂਦ ਹੁਸੈਨ, ਇਹਦੇ ਹੈੱਡ ਸੀਗੇ ਹੁਸੈਨ। ਓਕੇ, ਅਤੇ ਇਹਦੇ ਚੇਅਰਮੈਨ ਵੀ ਸੀਗੇ, ਉਹ ਵੀ ਨੋਟ ਕਰ ਲਿਓ ਜੀ। ਸੋ ਚੇਅਰਮੈਨ ਸੀਗੇ ਜਿਸ ਦੇ ਨਵੀਨ ਕੁਮਾਰ। ਸੋ ਲਾਸਟ ਜਿਹੜੀ ਇਸ ਦੀ ਜਿਹੜੀ ਕਹਿ ਨੇ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਝਗੜਾ ਨਾ ਹੋਵੇ। ਇਹ ਕਰੰਟ ਅਫੇਅਰ 'ਚ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਾਵੇਰੀ ਨੂੰ ਲੈ ਕੇ। ਓਕੇ, ਚਲੋ ਜੀ ਅੱਗੇ ਚੱਲਦੇ ਹਾਂ। ਹੇਠ ਲਿਖਿਆਂ ਵਿੱਚੋਂ ਕੌਣ ਜੰਮੂ ਕਸ਼ਮੀਰ ਦੇ ਵਾਰਤਾਕਾਰ ਨਹੀਂ ਰਹੇ? ਸੋ ਆਪਸ਼ਨ 1 ਹੈ ਜੀ MM ਅੰਸਾਰੀ, ਰਾਧਾ ਕੁਮਾਰ, ਸੁਜਾਤ ਬੁਖਾਰੀ, ਅਤੇ ਜਾਂ ਫਿਰ ਦਿਲੀਪ ਪਾਂਡਗੌਕਰ। ਸੋ ਜੰਮੂ ਕਸ਼ਮੀਰ ਦੇ ਵਿੱਚ ਵਾਰਤਾਕਾਰ ਜਿਹੜਾ ਹੈ ਨਾ ਇਹ ਸ਼ੁਰੂਆਤ ਹੋਈ ਸੀਗੀ, ਔਰ ਇਹ ਕਾਫੀ ਇੰਪੋਰਟੈਂਟ ਹੈ ਕਿਉਂਕਿ ਇਹ ਜੰਮੂ ਕਸ਼ਮੀਰ ਦੇ ਵਿੱਚ ਇੱਕ ਨਾ ਸੰਸਥਾ ਬਣਾਈ ਗਈ ਸੀਗੀ, ਠੀਕ ਹੈ, ਜਿਹਨੂੰ ਕੀ ਕਿਹਾ ਗਿਆ ਸੀ, ਇੱਕ ਗਰੁੱਪ ਕ੍ਰੀਏਟ ਕੀਤਾ ਗਿਆ ਸੀਗਾ। ਇਸ ਗਰੁੱਪ ਦਾ ਨਾਮ ਸੀਗਾ ਜੀ ਇੰਟਰ ਕੋਪਲੇਟਸ, ਕੁਛ ਇਸ ਤਰ੍ਹਾਂ ਦਾ ਨਾਮ ਸੀਗਾ, ਠੀਕ ਹੈ। ਸੋ ਹੋ ਸਕਦਾ ਥੋੜ੍ਹਾ ਜਿਹਾ ਇੱਧਰ ਨਾਮ 'ਚ ਮਿਸਟੇਕ ਹੋ ਜਾਵੇ। ਸੋ ਗਰੁੱਪ ਸੀਗਾ ਇਹ ਕ੍ਰੀਏਟ ਕੀਤਾ ਸੀਗਾ ਜੀ 13 ਅਕਤੂਬਰ 2010 ਨੂੰ ਕ੍ਰੀਏਟ ਕੀਤਾ ਸੀ, ਜਿਹਦੇ ਵਿੱਚ 3 ਮੈਂਬਰ ਸੀਗੇ। ਇੱਕ ਤਾਂ ਸੀਗਾ ਜੀ ਇਹਦੇ ਵਿੱਚ ਦਲੀਪ ਬਣਦਾ ਹੈ, ਠੀਕ ਹੈ, ਦਲੀਪ ਪਾਂਡਕਰ, ਇਹ ਵਾਲਾ ਹੈ। ਓਕੇ, ਔਰ ਇੱਕ ਸੀ ਇਹਦੇ ਵਿੱਚ ਦੂਸਰਾ ਜੀ ਰਾਧਾ ਕੁਮਾਰ, ਇਹ ਵੀ ਇਹਦੇ ਵਿੱਚ ਪਿਆ ਹੈ, ਅਤੇ ਤੀਸਰਾ ਪਰਸਨ ਸੀ ਇਹਦੇ ਵਿੱਚ ਜੀ MM ਅੰਸਾਰੀ। ਓਕੇ, ਇਹ ਵੀ ਇਹਦੇ ਵਿੱਚ ਸੀ, ਅਤੇ 3 ਜਿਹੜੇ ਵਿਅਕਤੀ ਸੀਗੇ ਇਹਨਾਂ ਨੂੰ ਇਸ ਕਮੇਟੀ ਦੇ ਵਿੱਚ ਚੁਣਿਆ ਗਿਆ ਸੀਗਾ, ਠੀਕ ਹੈ, ਗਰੁੱਪ ਸੀਗਾ, ਅਤੇ ਇਹ 2010 ਨੂੰ ਬਣਾਇਆ ਗਿਆ ਸੀਗਾ। ਬਟ ਇਹਦੇ ਵਿੱਚ ਸੁਜਾਤਾ ਬੁਖਾਰੀ ਜਿਹੜੇ ਆ ਉਹ ਸ਼ਾਮਲ ਨਹੀਂ ਸੀਗੇ। ਹੁਣ ਇਹ ਵੀ ਨੋਟ ਕਰ ਲਿਓ ਕਿ ਇਹ ਗਰੁੱਪ ਜਿਹੜਾ ਬਣਾਇਆ ਗਿਆ ਸੀ ਇਹਦਾ ਆਬਜੈਕਟਿਵ ਕੀ ਸੀਗਾ, ਠੀਕ ਹੈ, ਜਾਣੀ ਕਹਿ ਸਕਦੇ ਉਦੇਸ਼ ਕੀ ਸੀਗਾ? ਇਹਦਾ ਮੇਨ ਮੋਟਿਵ ਸੀਗਾ ਜੰਮੂ ਕਸ਼ਮੀਰ ਦੇ ਵਿੱਚ ਸ਼ਾਂਤੀ ਸਥਾਪਿਤ ਕਰਨਾ, ਠੀਕ ਹੈ, ਸ਼ਾਂਤੀ ਸਥਾਪਿਤ ਕਰਨਾ, ਕਿਉਂਕਿ ਉਸ ਸਮੇਂ ਇਹਦੇ ਵਿੱਚ ਥੋੜ੍ਹੀ ਹਲਚਲ ਹੋ ਚੁੱਕੀ ਸੀਗੀ, ਤਾਂ ਇਹਨਾਂ ਦਾ ਮੇਨ ਕੰਮ ਸੀ ਉਸ ਸਮੇਂ ਦੀ ਰਾਜਨੀਤਿਕ, ਆਰਥਿਕ ਅਤੇ ਪੋਲੀਟੀਕਲ ਜਿਹੜੀ ਸਥਿਤੀ ਹੈ ਉਹਦਾ ਜਾਇਜ਼ਾ ਲੈ ਕੇ ਇੱਕ ਸਹੀ ਤਰ੍ਹਾਂ ਦਾ ਜਿਹੜਾ ਨਿਰਣਾ ਲੈਣ ਦੀ ਪਲੈਨਿੰਗ ਕੀਤੀ ਸੀਗੀ।
ਓਕੇ। ਅਤੇ ਇਹਨਾਂ ਨੇ ਆਪਣੀ ਇਹ ਕਮੇਟੀ ਦੇ ਦੁਆਰਾ ਜਿਹੜੀ ਹੈ ਨਾ ਰਿਪੋਰਟ ਸੀਗੀ ਉਹ ਸਬਮਿਟ ਕੀਤੀ ਸੀਗੀ ਜੀ 21 ਅਕਤੂਬਰ 2011 ਨੂੰ। ਇਹ ਰਿਪੋਰਟ ਉਦੋਂ ਇਹਨਾਂ ਨੇ ਸਬਮਿਟ ਕਰ ਦਿੱਤੀ ਸੀਗੀ। ਇਹ ਜੰਮੂ ਕਸ਼ਮੀਰ ਦੇ ਨਾਲ ਸੰਬੰਧਿਤ ਹੈ। ਨੈਕਸਟ ਹੈ ਜੀ 44 ਨੰਬਰ, ਇੱਕ ਸੰਘੀ ਸਰਕਾਰ ਦੇ ਵਿੱਚ ਰਾਜਾਂ ਨੂੰ ਆਨੰਦ ਮਿਲਦਾ ਹੈ ਜੀ ਮੂਲ ਸ਼ਕਤੀਆਂ ਦੇ ਕਰਕੇ, ਕੇਂਦਰ ਦੁਆਰਾ ਸੌਂਪੀਆਂ ਸ਼ਕਤੀਆਂ ਦੇ ਕਰਕੇ, ਸੰਵਿਧਾਨ ਦੁਆਰਾ ਦਿੱਤੀਆਂ ਸ਼ਕਤੀਆਂ ਕਰਕੇ, ਜਾਂ ਫਿਰ ਲੋਕਾਂ ਦੁਆਰਾ ਦਿੱਤੀਆਂ ਸ਼ਕਤੀਆਂ ਦੇ ਕਰਕੇ। ਸੋ ਮੂਲ ਸ਼ਕਤੀਆਂ ਜਿਹੜੀਆਂ ਹੈਗੀਆਂ ਨੇ ਉਹ ਕੇਂਦਰ ਸਰਕਾਰ ਕੋਲੇ ਹੁੰਦੀਆਂ ਹੈਗੀਆਂ ਨੇ, ਸਾਰੀਆਂ ਸ਼ਕਤੀਆਂ ਮੂਲ ਹੈ ਨਾ ਕੇਂਦਰ ਸਰਕਾਰ ਕੋਲੇ ਹੁੰਦੀਆਂ ਜੀ ਸਾਰੀਆਂ ਮੂਲ ਸ਼ਕਤੀਆਂ, ਠੀਕ ਹੈ। ਸੋ ਸਾਰੀਆਂ ਹੀ ਪ੍ਰਮੁੱਖ ਤੌਰ 'ਤੇ ਸ਼ਕਤੀਆਂ ਇਹਨਾਂ ਕੋਲੇ ਆ ਜਾਂਦੀਆਂ ਹੈਗੀਆਂ ਨੇ। ਬਟ ਅਸੀਂ ਰਾਜਾਂ ਦੀ ਗੱਲ ਕੀਤੀ ਹੈ ਤਾਂ ਰਾਜਾਂ ਨੂੰ ਜਿਹੜਾ ਆਨੰਦ ਮਿਲਦਾ ਹੈ ਜਿਹੜੀਆਂ ਸੰਘੀ ਸਰਕਾਰ ਦੇ ਵਿੱਚ ਸ਼ਕਤੀਆਂ ਨੇ ਉਹ ਸੰਵਿਧਾਨ ਦੇ ਦੁਆਰਾ ਦਿੱਤੀਆਂ ਸ਼ਕਤੀਆਂ ਦੇ ਕਰਕੇ। ਸੰਵਿਧਾਨ ਨੇ ਕੁਝ ਵਿਸ਼ੇ ਜਿਹੜੇ ਆ ਉਹ ਕੇਂਦਰ ਸਰਕਾਰ ਨੂੰ ਦਿੱਤੇ ਨੇ, ਕੁਝ ਵਿਸ਼ੇ ਜਿਹੜੇ ਹੈਗੇ ਨੇ ਉਹ ਰਾਜ ਸਰਕਾਰ ਨੂੰ ਦਿੱਤੇ ਨੇ। ਸੋ ਇਹੀ ਕਾਰਨ ਹੈ ਕਿ ਜਿਹੜੇ ਰਾਜ ਹੈਗੇ ਨੇ ਉਹ ਆਪਣੀਆਂ ਸ਼ਕਤੀਆਂ ਦੀ ਵਰਤੋਂ ਜਿਹੜੀ ਹੈ ਉਹ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਸੰਵਿਧਾਨ ਦੇ ਦੁਆਰਾ ਜੋ ਯੋਗਦਾਨ ਦਿੱਤਾ ਗਿਆ ਹੈ ਉਹਦੇ ਕਰਕੇ ਹੀ ਉਹ ਵਰਤ ਸਕਦੇ ਹਨ, ਨਹੀਂ ਤਾਂ ਉਹਨਾਂ ਕੋਲੇ ਵੈਸੇ ਕੋਈ ਖਾਸ ਅਧਿਕਾਰ ਜਿਹੜੇ ਨਹੀਂ ਹੁੰਦੇ, ਕਿਉਂਕਿ ਆਪਾਂ ਫੈਡਰਲਿਜ਼ਮ ਦੇ ਵਿੱਚ ਪੜ੍ਹਿਆ ਸੀ ਕਿ ਹਮੇਸ਼ਾ ਕੇਂਦਰ ਸਰਕਾਰ ਹੀ ਪਾਵਰਫੁੱਲ ਹੁੰਦੀ ਹੈਗੀ ਆ। ਓਕੇ। ਸੋ ਇਹ ਸ਼ਕਤੀਆਂ ਸੰਵਿਧਾਨ ਦੇ ਦੁਆਰਾ 3 ਹਿੱਸਿਆਂ ਦੇ ਵਿੱਚ ਵੰਡੀਆਂ ਗਈਆਂ ਨੇਗੀਆਂ। ਇੱਕ ਤਾਂ ਹੈ ਜੀ ਇਹਨਾਂ ਦੇ ਵਿੱਚੋਂ ਸੰਘ ਸੂਚੀ ਜੋ ਆਪਾਂ ਸਿਲੇਬਸ ਦੇ ਵਿੱਚ ਮੈਂਸ਼ਨ ਕੀਤੀ ਹੋਈ ਸੀਗੀ ਨਾ, ਗੱਲ ਪਹਿਲਾਂ ਕੀਤੀ ਹੈ ਥਿਊਰੀ 'ਚ। ਫਿਰ ਰਾਜ ਸੂਚੀ ਆ ਜਾਂਦੀ ਹੈ ਜੀ, ਰਾਜ ਸੂਚੀ ਤੋਂ ਬਾਅਦ ਫਿਰ ਸਮਵਰਤੀ ਸੂਚੀ ਆ ਜਾਂਦੀ ਹੈਗੀ ਆ। ਇਹ 3 ਚੀਜ਼ਾਂ ਦੇ ਵਿੱਚ ਵੰਡ ਕੀਤੀ ਗਈ ਹੈ। ਸੰਘ ਦੇ ਵਿੱਚ ਕਾਨੂੰਨ ਬਣਾਉਣ ਦੀ ਸ਼ਕਤੀ ਹੈ ਜੀ ਕੇਂਦਰ ਕੋਲੇ, ਰਾਜ ਦੇ ਵਿੱਚ ਰਾਜ ਸਰਕਾਰ ਨੂੰ ਕਾਨੂੰਨ ਬਣਾਉਣ ਦੀ ਸ਼ਕਤੀ ਹੈ, ਅਤੇ ਸਮਵਰਤੀ ਦੇ ਵਿੱਚ ਕੇਂਦਰ ਅਤੇ ਰਾਜ ਦੋਨਾਂ ਨੂੰ ਜਿਹੜਾ ਕਹਿ ਸਕਦੇ ਨਾ ਕਾਨੂੰਨ ਬਣਾਉਣ ਦੀ ਸ਼ਕਤੀ ਹੈ। ਸੋ ਇਸ ਕਾਰਨ ਕਹਿ ਸਕਦੇ ਕਿ ਸੰਵਿਧਾਨ ਦੁਆਰਾ ਜਿਹੜੀਆਂ ਸ਼ਕਤੀਆਂ ਸੌਂਪੀਆਂ ਗਈਆਂ ਨੇਗੀਆਂ ਰਾਜਾਂ ਨੂੰ ਸਿਰਫ ਉਹਨਾਂ ਦਾ ਹੀ ਉਹ ਆਨੰਦ ਲੈਂਦੇ ਹੈਗੇ ਨੇ। ਨੈਕਸਟ ਹੈ ਜੀ 45 ਨੰਬਰ, ਭਾਰਤ ਦੇ ਵਿੱਚ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਰੋਜ਼ਾਨਾ ਪ੍ਰਸ਼ਾਸਨ ਡੈਸ਼ ਦੇ ਦੁਆਰਾ ਕੀਤਾ ਜਾਂਦਾ, ਮਤਲਬ ਕਿ ਉਹਦਾ ਡੇਲੀ ਦਾ ਜਿਹੜਾ ਕਹਿ ਸਕਦੇ ਹਾਂ ਡੇ ਬਾਈ ਡੇ ਜਿਹੜਾ ਹੈ ਨਾ ਪ੍ਰਸ਼ਾਸਨ ਚੱਲਦਾ ਹੈ, ਐਡਮਿਨਿਸਟ੍ਰੇਸ਼ਨ ਜਿਹੜਾ ਚੱਲਦਾ ਹੈ ਉਹ ਕੌਣ ਚਲਾਉਂਦਾ ਹੈ? ਰਾਸ਼ਟਰਪਤੀ ਚਲਾਉਂਦਾ ਹੈ, ਰਾਜਪਾਲ ਚਲਾਉਂਦਾ ਹੈ, ਗ੍ਰਹਿ ਮੰਤਰੀ ਚਲਾਉਂਦਾ ਹੈ, ਅਤੇ ਜਾਂ ਫਿਰ ਉਪ ਰਾਜਪਾਲ ਚਲਾਉਂਦਾ ਹੈ। ਵੈਰੀ ਵੈਰੀ ਇੰਪੋਰਟੈਂਟ ਹੈ, ਠੀਕ ਹੈ। ਧਿਆਨ ਨਾਲ ਨੋਟ ਕਰ ਲਿਓ ਕਿ ਰਾਸ਼ਟਰਪਤੀ ਜਿਹੜਾ ਹੈ ਇਹ ਹੁੰਦਾ ਹੈਗਾ ਜੀ ਨਾ ਮਾਤਰ ਕਾਰਜਪਾਲਿਕਾ, ਯਾਨੀ ਕਿ ਵੈਸੇ ਤਾਂ ਇਹ ਨਾ ਮਾਤਰ ਕਾਰਜਪਾਲਿਕਾ ਬਟ ਕਾਰਜਪਾਲਿਕਾ ਦਾ ਮੁਖੀ ਹੁੰਦਾ ਹੈ। ਓਕੇ। ਕਿਹੜੀ ਦਾ ਜੀ? ਕੇਂਦਰ ਦਾ, ਮਤਲਬ ਕਿ ਭਾਰਤ ਦਾ ਜਿਹੜਾ ਕਹਿ ਸਕਦੇ ਹਾਂ ਕਾਰਜਪਾਲਿਕਾ ਹੁੰਦਾ ਹੈ। ਰਾਜਪਾਲ ਜਿਹੜਾ ਹੈ ਅੱਗੇ ਗੱਲ ਕਰਦੇ ਹਾਂ, ਗ੍ਰਹਿ ਮੰਤਰੀ ਜਿਹੜਾ ਹੈ ਨਾ ਹੋਮ ਮਿਨਿਸਟਰ ਹੁੰਦਾ, ਜਿਹੜਾ ਕਿ ਵਰਤਮਾਨ ਸਮੇਂ ਅਮਿਤ ਸ਼ਾਹ ਹੈ BJP ਦਾ ਜਿਹੜਾ ਹੈ, ਬਹੁਤ ਪ੍ਰਸਿੱਧ ਹੈ ਵੀ। ਓਕੇ। ਔਰ ਇਸ ਤੋਂ ਬਾਅਦ ਜਿਹੜਾ ਹੈ ਰਾਜਪਾਲ ਹੈ ਜੀ ਇਹ ਹੁੰਦਾ ਹੈਗਾ ਜੀ ਰਾਜ ਦਾ, ਸਟੇਟ ਦਾ ਨਾ ਮਾਤਰ ਕਾਰਜਪਾਲਿਕਾ। ਓਕੇ। ਇਹ ਹੁੰਦਾ ਹੈ ਜੀ ਸਟੇਟ ਦਾ, ਰਾਜ ਦਾ ਨਾ ਮਾਤਰ ਕਾਰਜਪਾਲਿਕਾ। ਕਾਫੀ ਇੰਪੋਰਟੈਂਟ ਟੌਪਿਕ ਨੇ, ਪਲੀਜ਼ ਧਿਆਨ ਨਾਲ ਸੁਣ ਲਿਓ। ਓਕੇ। ਇਹ ਰਾਜ ਦੇ ਵਿੱਚ ਹੋਊਗਾ, ਇਹ ਰਾਜ ਦੇ ਵਿੱਚ ਵਿਵਸਥਾ ਹੁੰਦੀ ਹੈ। ਇਹਦੀ ਵਿਵਸਥਾ ਆਰਟੀਕਲ 52 ਦੇ ਵਿੱਚ ਹੈ, ਇਹਦੀ ਵਿਵਸਥਾ 153 ਦੇ ਵਿੱਚ ਹੈ। ਓਕੇ। ਧਿਆਨ ਨਾਲ ਨੋਟ ਕਰ ਲਿਓ। ਅਮਿਤ ਸ਼ਾਹ ਦੇ ਬਾਰੇ ਆਪਾਂ ਨੂੰ ਖਾਸ ਜਾਣਕਾਰੀ ਨਹੀਂ ਹੈ। ਓਕੇ। ਹੁਣ ਇਹ ਜਿਹੜਾ ਹੈ ਇਹ ਤਾਂ ਆ ਗਿਆ ਜੀ ਕੇਂਦਰ ਦੇ ਵਿੱਚ, ਜਾਣੀ ਕਿ ਭਾਰਤ ਦਾ ਹੈ। ਓਕੇ। ਅਤੇ ਜਿਹੜਾ ਰਾਜਪਾਲ ਹੈ ਇਹ ਵੱਖ ਵੱਖ ਰਾਜਾਂ ਦੇ ਵਿੱਚ ਹੋਊਗਾ, ਜਿਵੇਂ ਸਾਡਾ ਪੰਜਾਬ ਦਾ ਲਾ ਲਵੋ, ਠੀਕ ਹੈ, ਰਾਜਪਾਲ ਹੋਊਗਾ। ਫਿਰ ਇਹਨਾਂ ਦੇ ਵਿੱਚੋਂ ਇੱਕ ਰਹਿ ਜਾਂਦਾ ਜੀ ਉਪ ਰਾਜਪਾਲ, ਠੀਕ ਹੈ। ਜਿਹੜਾ ਉਪ ਰਾਜਪਾਲ ਹੁੰਦਾ ਹੈ ਇਹਦੀ ਵਿਵਸਥਾ ਕੀਤੀ ਜਾਂਦੀ ਹੈ ਜੀ ਯੂਨੀਅਨ ਟੈਰੀਟਰੀ ਦੇ ਵਿੱਚ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ। ਹਰੇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜਿਹੜੇ ਆਪਣੇ ਆਪਣੇ ਉਪ ਰਾਜਪਾਲ ਹੁੰਦੇ ਨੇ, ਕਿਉਂਕਿ ਵੈਸੇ ਜਿਹੜਾ ਹੈ ਯੂਨੀਅਨ ਟੈਰੀਟਰੀ ਦੇ ਵਿੱਚ ਕੇਂਦਰ ਸ਼ਾਸਿਤ ਦੀ ਗੱਲ ਕੀਤੀ ਇਹਨਾਂ ਨੇ, ਵੈਸੇ ਤਾਂ ਉੱਥੇ ਜਿਹੜਾ ਹੈ ਪ੍ਰੈਜ਼ੀਡੈਂਟ ਦਾ ਹੀ ਰਾਜ ਹੁੰਦਾ ਹੈ, ਠੀਕ ਆ, ਉਹਦੇ ਅਧੀਨ ਹੀ ਸ਼ਾਸਨ ਚੱਲਦਾ ਹੈ। ਬਟ ਇਹ ਫਿਰ ਆਪਣੇ ਅਧੀਨ ਇੱਕ ਅਧਿਕਾਰੀ ਵੀ ਰੱਖਦਾ ਹੈ, ਕਿਉਂਕਿ ਇਹਨਾਂ ਤੋਂ ਇਕੱਲਿਆਂ ਨੂੰ ਕੰਮ ਨਹੀਂ ਹੁੰਦਾ, ਤਾਂ ਫਿਰ ਇਹ ਗਵਰਨਰ ਨੂੰ ਇਹ ਕੰਮ ਦੇ ਦਿੰਦੇ ਹੈਗੇ ਆ। ਬਟ ਇਹ ਗਵਰਨਰ ਨਹੀਂ ਕਹਾਊਗਾ, ਇਹ ਲੈਫਟੀਨੈਂਟ ਕਹਾਊਗਾ, ਮਤਲਬ ਕਿ ਉਪ ਰਾਜਪਾਲ ਕਹਾਊਗਾ। ਓਕੇ। ਇਹ ਉਪ ਰਾਜਪਾਲ ਜਿਹੜਾ ਫਿਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਜਿਹੜਾ ਸ਼ਾਸਨ ਪ੍ਰਬੰਧ ਹੈ ਉਹ ਸੰਭਾਲਦਾ ਹੈ। ਵੈਸੇ ਜਿਹੜਾ ਕਹਿ ਸਕਦੇ ਹਾਂ ਰਾਸ਼ਟਰਪਤੀ ਦੇ ਅਧੀਨ ਹੁੰਦਾ ਹੈ, ਬਟ ਰਾਸ਼ਟਰਪਤੀ ਆਪਣੇ ਅਧੀਨ ਇੱਕ ਵਿਅਕਤੀ ਰੱਖ ਲੈਂਦਾ ਹੈ। ਉਸ ਕਾਰਨ ਕਰਕੇ ਫਿਰ ਜਿਹੜੇ ਕੇਂਦਰ ਸ਼ਾਸਿਤ ਯੂਨੀਅਨ ਟੈਰੀਟਰੀਜ਼ ਹੁੰਦੀਆਂ ਨੇ ਉਹਨਾਂ ਦਾ ਪ੍ਰਸ਼ਾਸਨ ਚਲਾਉਣ ਦੀ ਜ਼ਿੰਮੇਵਾਰੀ ਉਪ ਰਾਜਪਾਲ ਦੀ ਹੋ ਜਾਂਦੀ ਹੈ, ਲੈਫਟੀਨੈਂਟ ਗਵਰਨਰ ਦੀ ਹੋ ਜਾਂਦੀ ਹੈ। ਨੈਕਸਟ ਹੈ ਜੀ 46 ਨੰਬਰ, ਸਿੱਕਮ ਨੂੰ ਕਿਸ ਸਾਲ ਦੇ ਵਿੱਚ ਰਾਜ ਦਾ ਜਿਹੜਾ ਦਰਜਾ ਦਿੱਤਾ ਗਿਆ? ਸੋ ਆਪਸ਼ਨ ਇੱਕ ਹੈ ਜੀ 1973 ਦੇ ਵਿੱਚ, 1974 ਦੇ ਵਿੱਚ, ਜਾਂ 1975 ਦੇ ਵਿੱਚ, ਅਤੇ ਜਾਂ ਫਿਰ 1976 ਦੇ ਵਿੱਚ। ਸੋ ਸਿੱਕਮ ਨੂੰ ਜਿਹੜਾ ਹੈ ਰਾਜ ਦਾ ਦਰਜਾ ਦਿੱਤਾ ਗਿਆ ਹੈ ਜੀ, ਸਿੱਕਮ ਨੂੰ ਰਾਜ ਦਾ ਦਰਜਾ ਦਿੱਤਾ ਗਿਆ ਹੈ ਜੀ 1975 ਦੇ ਵਿੱਚ। ਸੋ ਸੀ ਆਨਸਰ ਹੈ ਜੀ 16 ਮਈ 1975 ਨੂੰ ਇਹਨੂੰ ਰਾਜ ਦਾ ਦਰਜਾ ਦਿੱਤਾ ਗਿਆ ਹੈ ਜੀ। ਇਹ ਪਹਿਲਾਂ ਜਿਹੜਾ ਕਹਿ ਸਕਦੇ ਹਾਂ ਨਾ ਰਾਜ ਦਾ ਹੀ ਕਹਿ ਸਕਦੇ ਹਾਂ ਪਾਰਟ ਹੁੰਦਾ ਸੀਗਾ। ਓਕੇ। ਅਤੇ ਧਿਆਨ ਰੱਖਿਓ ਕਿ ਸਿੱਕਮ ਜਿਹੜਾ ਹੈਗਾ ਨਾ ਇਹ 22ਵਾਂ ਰਾਜ ਬਣਿਆ ਸੀਗਾ,
ਹੁਣ ਸਾਡੇ ਕੋਲੇ 28 ਨੇ, ਇਹ 22ਵਾਂ ਰਾਜ ਬਣਿਆ ਸੀਗਾ, 22ਵੀਂ ਸਟੇਟ ਬਣੀ ਸੀਗੀ ਸਾਡੇ ਭਾਰਤ ਦੀ। ਓਕੇ, ਕਾਫੀ ਇੰਪੋਰਟੈਂਟ ਹੈ। ਅਤੇ ਇੱਥੋਂ ਜਿਹੜਾ ਕਹਿ ਸਕਦੇ ਹਾਂ ਮੋਨਾਰਕੀ ਸਿਸਟਮ ਨੂੰ ਰਿਮੂਵ ਕਰ ਦਿੱਤਾ ਸੀ ਅਤੇ ਲੋਕਤੰਤਰੀ ਸਿਸਟਮ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੀ। ਮੋਨਾਰਕੀ ਦਾ ਮਤਲਬ ਹੈ ਜੀ ਰਾਜਤੰਤਰ, ਰਾਜਿਆਂ ਦਾ ਰਾਜ ਇੱਥੋਂ ਖਤਮ ਕਰ ਦਿੱਤਾ ਸੀ ਅਤੇ ਭਾਰਤ ਦੇ ਅਧੀਨ ਇਸ ਨੂੰ ਕਰ ਲਿਆ ਸੀ। ਇਹਦੇ ਨਾਲ ਸੰਬੰਧਿਤ 2 ਸੋਧਾਂ ਵੀ ਨੇ, ਯਾਦ ਰੱਖ ਲਿਓ। ਇੱਕ ਤਾਂ ਹੈ ਜੀ 35ਵੀਂ ਸੋਧ ਅਮੈਂਡਮੈਂਟ, ਓਕੇ, ਦੂਸਰੀ ਹੈਗੀ ਹੈ ਜੀ 36ਵੀਂ। ਇਹ ਦੋਨੋਂ ਹੀ ਸੋਧਾਂ ਜਿਹੜੀਆਂ ਨੇ ਇਹਦੇ ਨਾਲ ਰਿਲੇਟਡ ਨੇਗੀਆਂ। 35ਵੀਂ ਸੋਧ ਦੇ ਅਧੀਨ ਜਿਹੜਾ ਹੈ ਸਿੱਕਮ ਨੂੰ ਇੱਥੇ ਐਸੋਸੀਏਟ ਜਿਹੜੀ ਕਹਿ ਸਕਦੇ ਹੈਗੇ ਆਂਗੇ ਸਟੇਟ ਘੋਸ਼ਿਤ ਕੀਤਾ ਸੀ, ਮਤਲਬ ਕਿ ਸਹਿਯੋਗੀ ਰਾਜ ਘੋਸ਼ਿਤ ਕੀਤਾ, ਮਤਲਬ ਕਿ ਭਾਰਤ ਦਾ ਸਹਿਯੋਗੀ ਰਾਜ ਹੋਊਗਾ। ਬਟ ਫਿਰ 37ਵੀਂ ਸੋਧ ਦੇ ਰਾਹੀਂ 35ਵੀਂ ਸੋਧ ਨੂੰ ਜਿਹੜਾ ਹੈ ਖਾਰਜ ਕਰ ਦਿੱਤਾ, ਖਤਮ ਕਰ ਦਿੱਤਾ, ਰਿਮੂਵ ਕਰ ਦਿੱਤਾ ਅਤੇ ਉਹਦੀ ਜਗ੍ਹਾ 'ਤੇ ਫਿਰ ਇਹਨੂੰ ਜਿਹੜਾ ਸਿੱਕਮ ਸੀਗਾ ਭਾਰਤ ਦਾ ਰਾਜ ਬਣਾ ਦਿੱਤਾ। ਇਹ ਭਾਰਤ ਦਾ ਜਿਹੜਾ ਰਾਜ ਹੋਵੇਗਾ ਜੀ, ਯਾਨੀ ਕਿ ਸਟੇਟ ਹੋਵੇਗੀ। ਓਕੇ, ਅਤੇ ਇਹਦੇ ਪ੍ਰਤੀ ਫਿਰ 36ਵੀਂ ਸੋਧ ਦੇ ਰਾਹੀਂ ਸ਼ਡਿਊਲ 1 ਦੇ ਵਿੱਚ ਅਨੁਸੂਚੀ 1 ਦੇ ਵਿੱਚ ਜਿਹੜਾ ਫਿਰ ਇਹਦਾ ਨਾਮ ਅਤੇ ਜਿਹੜਾ ਖੇਤਰ ਹੈ ਉਹ ਵਰਣਨ ਕਰ ਦਿੱਤਾ ਗਿਆ ਸੀ। ਓਕੇ ਜੀ, ਕਾਫੀ ਇੰਪੋਰਟੈਂਟ ਹੈ, ਯਾਦ ਰੱਖ ਲਿਓ ਇਸ ਨੂੰ। ਨੈਕਸਟ ਹੈ ਜੀ 47 ਨੰਬਰ, ਸੰਵਿਧਾਨ ਦੀ ਕਿਹੜੀ ਤਰ੍ਹਾਂ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਪ੍ਰਦਾਨ ਕਰਦੀ ਹੈ ਜੀ? 360, 368, 370 ਅਤੇ ਜਾਂ ਫਿਰ 375। ਸੋ ਕਾਫੀ ਇੰਪੋਰਟੈਂਟ ਹੈ ਜੀ। ਓਕੇ, ਸੋ ਇਹ ਹੈ ਜੀ 370 ਨੰਬਰ ਆਰਟੀਕਲ। ਇਹਦੇ ਅਧੀਨ ਜੰਮੂ ਕਸ਼ਮੀਰ ਨੂੰ ਜਿਹੜਾ ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ ਗਿਆ ਹੈ, ਪਰ ਵਰਤਮਾਨ ਸਮੇਂ ਇਹ ਖਤਮ ਹੋ ਚੁੱਕਿਆ ਹੈ ਜੀ। 25 ਜਨਵਰੀ 2020 ਨੂੰ ਇਹ ਖਤਮ ਕਰ ਦਿੱਤਾ ਗਿਆ ਹੈ। ਠੀਕ ਹੈ, ਜੇਕਰ ਆਪਾਂ ਤਾਂ ਕੀਤਾ ਕਿਉਂਕਿ 2002 ਦੇ ਵਿੱਚ ਕੁਐਸਚਨ ਆਇਆ ਹੋਇਆ ਹੈ SSC ਦੇ ਵਿੱਚ। ਓਕੇ, ਯਾਦ ਰੱਖਣਾ ਵੀ ਹੁਣ ਇਹ ਨਹੀਂ ਹੈਗਾ ਗਾ। ਅਤੇ ਇੱਕ ਹੋਰ ਚੀਜ਼ ਵੀ ਨੋਟ ਕਰ, 360 ਜਿਹੜਾ ਹੈ ਇਹ ਫਾਈਨੈਂਸ਼ੀਅਲ ਐਮਰਜੈਂਸੀ ਦੇ ਨਾਲ ਰਿਲੇਟਡ ਹੈ ਰਾਸ਼ਟਰਪਤੀ ਦੇ। ਠੀਕ ਹੈ, ਫਾਈਨੈਂਸ਼ੀਅਲ ਐਮਰਜੈਂਸੀ। ਅਤੇ 368 ਜਿਹੜਾ ਹੈ ਇਹ ਅਮੈਂਡਮੈਂਟ ਦੇ ਨਾਲ ਸੰਬੰਧਿਤ ਹੈ। ਭਾਰਤੀ ਸੰਵਿਧਾਨ ਦੇ ਵਿੱਚ ਸੋਧ ਕੀਤੀ ਜਾ ਸਕਦੀ ਹੈ 300 ਆਰਟੀਕਲ ਨੰਬਰ ਅਨੁਛੇਦ ਦੇ ਅਧੀਨ, ਅਤੇ ਇਹ ਸਾਊਥ ਅਫਰੀਕਾ ਤੋਂ ਲਿਆ ਹੋਇਆ ਕਨਸੈਪਟ ਹੈ, ਇਹ ਵੀ ਨੋਟ ਕਰ ਲਿਓ ਬਈ। ਨੈਕਸਟ ਚੱਲਦੇ ਹਾਂ ਜੀ 48 ਨੰਬਰ 'ਤੇ, ਕਿਸ ਰਾਜ ਨੂੰ ਭਾਰਤ ਦਾ ਪਹਿਲਾ ਭਾਸ਼ਾਈ ਰਾਜ ਹੋਣ ਦਾ ਮਾਣ ਹਾਸਲ ਹੈ ਜੀ? ਸੋ ਆਪਸ਼ਨ 1 ਹੈ ਜੀ ਪੱਛਮੀ ਬੰਗਾਲ, ਆਪਸ਼ਨ 2 ਹੈ ਆਂਧਰਾ ਪ੍ਰਦੇਸ਼, ਆਪਸ਼ਨ 3 ਹੈ ਜੀ ਤਾਮਿਲਨਾਡੂ ਅਤੇ ਆਪਸ਼ਨ 4 ਹੈ ਜੀ ਕੇਰਲਾ। ਸੋ ਭਾਸ਼ਾ ਦੇ ਆਧਾਰ ਦੇ ਉੱਪਰ ਜਿਹੜਾ ਕਹਿ ਸਕਦੇ ਹਾਂ ਨਾ, ਇੱਕ ਕਮਿਸ਼ਨ ਬਣਾਇਆ ਗਿਆ ਸੀਗਾ ਜਿਹਦਾ ਨਾਮ ਸੀਗਾ ਜੀ ਸਟੇਟ ਰੀਆਰਗਨਾਈਜੇਸ਼ਨ ਐਕਟ ਜਾਂ ਕਮਿਸ਼ਨ ਲਿਖ ਸਕਦੇ ਹੋ। ਠੀਕ ਹੈ, ਕਮਿਸ਼ਨ ਸਹੀ ਰਹੂਗਾ ਕਿਉਂਕਿ ਐਕਟ ਜਿਹੜਾ ਹੈ 1956 'ਚ ਹੋਊਗਾ। ਸਟੇਟ ਰੀਆਰਗਨਾਈਜੇਸ਼ਨ ਕਮਿਸ਼ਨ ਜਿਹੜਾ ਐਸਟੈਬਲਿਸ਼ ਕੀਤਾ ਗਿਆ ਸੀ, ਇਹ ਕਮਿਸ਼ਨ 1953 ਦੇ ਵਿੱਚ ਸਿਲੈਕਟ ਕੀਤਾ ਗਿਆ ਸੀ। ਇਹਦਾ ਮੇਨ ਮੋਟਿਵ ਸੀਗਾ ਜੀ ਭਾਸ਼ਾ ਦੇ ਆਧਾਰ ਦੇ ਉੱਪਰ ਰਾਜਾਂ ਦਾ ਪੁਨਰਗਠਨ ਕਰਨਾ। ਓਕੇ, ਅਤੇ ਇਸ ਨੂੰ ਜਿਹੜਾ ਕਹਿ ਸਕਦੇ ਹਾਂ ਲਾਗੂ ਕਰਨ ਦੀ ਜਿਹੜੀ ਪ੍ਰਕਿਰਿਆ ਹੋਈ ਸੀਗੀ, ਓਕੇ, ਇਹ 1956 ਦੇ ਵਿੱਚ ਲਾਗੂ ਹੋਈ ਸੀਗੀ ਵੈਸੇ। ਠੀਕ ਹੈ, ਬਟ ਆਪਾਂ ਗੱਲ ਕਰ ਰਹੇ ਹਾਂ ਆਂਧਰਾ ਪ੍ਰਦੇਸ਼ ਦੀ, ਇਸ ਕਰਕੇ ਆਂਧਰਾ ਪ੍ਰਦੇਸ਼ ਥੋੜ੍ਹਾ ਪਹਿਲਾਂ ਆਊਗਾ। 1953 ਦੇ ਵਿੱਚ ਇਹ ਐਕਟ ਜਿਹੜਾ ਸ਼ੁਰੂ ਹੋਇਆ ਸੀਗਾ ਅਤੇ ਕਮਿਸ਼ਨ ਜਿਹੜਾ ਸ਼ੁਰੂ ਹੋਇਆ ਸੀ, ਅਤੇ ਇਸ ਕਮਿਸ਼ਨ ਦੇ ਅਧੀਨ ਜਿਹੜਾ ਹੈ ਆਂਧਰਾ ਪ੍ਰਦੇਸ਼ ਜਿਹੜਾ ਹੈ ਉਹ ਇੱਕ ਨਵਾਂ ਰਾਜ ਬਣਾਇਆ ਗਿਆ ਸੀਗਾ। ਆਂਧਰਾ ਪ੍ਰਦੇਸ਼ ਨੂੰ ਰਾਜ ਦਾ ਜਿਹੜਾ ਦਰਜਾ ਦਿੱਤਾ ਸੀਗਾ 1 ਅਕਤੂਬਰ 1953 ਨੂੰ। ਓਕੇ, ਇਸ ਖੇਤਰ ਨੂੰ ਜਿਹੜਾ ਹੈ ਰਾਜ ਦਾ ਦਰਜਾ ਦੇ ਦਿੱਤਾ ਸੀ, ਅਤੇ ਇਸ ਖੇਤਰ ਦੇ ਵਿੱਚ ਉਹ ਲੋਕ ਸ਼ਾਮਲ ਸੀਗੇ ਜਿਹੜੇ ਕਿ ਤੇਲਗੂ ਭਾਸ਼ਾ ਬੋਲਦੇ ਸੀਗੇ। ਓਕੇ, ਤੇਲਗੂ ਭਾਸ਼ਾ ਵਾਲੇ ਜਿਹੜੇ ਲੋਕ ਸੀ ਉਹਨਾਂ ਨੂੰ ਮਦਰਾਸ ਦੇ ਨਾਲੋਂ ਵੱਖ ਕਰਕੇ ਮਦਰਾਸ ਪ੍ਰੈਜ਼ੀਡੈਂਸੀ, ਓਕੇ, ਮਦਰਾਸ ਪ੍ਰੈਜ਼ੀਡੈਂਸੀ ਦੇ ਨਾਲੋਂ ਵੱਖ ਕਰਕੇ ਆਂਧਰਾ ਪ੍ਰਦੇਸ਼ ਜਿਹੜਾ ਰਾਜ ਹੈ ਉਹ ਘੋਸ਼ਿਤ ਕਰ ਦਿੱਤਾ ਸੀ। ਓਕੇ, ਫਿਰ ਇਸੇ ਤਰੀਕੇ ਨਾਲ ਅੱਗੇ ਜਾ ਕੇ ਹੋਰ ਭਾਗਾਂ ਦੇ ਵਿੱਚ ਵੀ ਬਣਦੇ ਹੈਗੇ ਨੇ, ਜਿਹੜਾ ਆਪਾਂ ਗੱਲ ਕੀਤੀ ਸਟੇਟ ਰੀਆਰਗਨਾਈਜੇਸ਼ਨ ਐਕਟ। ਠੀਕ ਹੈ, 1956 ਵਾਲਾ, ਇਸ ਐਕਟ ਦੇ ਅਧੀਨ ਫਿਰ ਦੁਬਾਰਾ ਤੋਂ ਵੀ ਪੁਨਰਗਠਨ ਹੁੰਦਾ ਹੈ। ਇਹ ਸਾਰੇ 1 ਨਵੰਬਰ 1956 ਨੂੰ ਹੋਣ ਚਾਹੁੰਦੇ ਆ। 5 ਰਾਜ ਹੋਰ ਬਣਾਏ ਗਏ ਸੀਗੇ ਜੋ ਆਪਾਂ ਪਹਿਲਾਂ ਵਾਲੀ ਕਲਾਸ ਦੇ ਵਿੱਚ ਡਿਸਕਸ ਕੀਤੀ ਹੋਈ ਹੈਗੀ ਆ। ਓਕੇ, 1 ਨਵੰਬਰ 1966 ਨੂੰ ਫਿਰ ਇੱਥੇ ਹੋਰ ਇੱਕ ਖੇਤਰ ਬਣਾਇਆ ਜਾਂਦਾ ਹੈ ਜਿਹਦੇ ਵਿੱਚ ਕੀ ਕੀਤਾ ਜਾਂਦਾ ਕਿ ਹੈਦਰਾਬਾਦ ਜਿਹੜਾ ਸੀਗਾ, ਹੈਦਰਾਬਾਦ ਦੇ ਤੇਲੰਗਾਨਾ ਖੇਤਰ ਜਿਹੜਾ ਜਿਸ ਨੂੰ ਅਸੀਂ ਵਰਤਮਾਨ ਸਮੇਂ ਤੇਲੰਗਾਨਾ ਕਹਿੰਦੇ ਹੈਗੇ ਆ, ਇਹ ਖੇਤਰ ਜਿਹੜਾ ਹੈ ਆਂਧਰਾ ਪ੍ਰਦੇਸ਼ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਸੀ। ਜਾਣੀ ਕਿ ਇੱਕੋ ਸੀਗੇ ਪਹਿਲਾਂ ਇਹ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ, ਬਾਅਦ ਦੇ ਵਿੱਚ ਇਹ 2014 ਦੇ ਵਿੱਚ ਵੱਖ ਕੀਤੇ ਗਏ ਹੈਗੇ ਨੇਗੇ। ਓਕੇ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਪਹਿਲਾਂ ਇਹ ਇੱਕੋ ਹੁੰਦੇ ਸੀਗੇ। ਇਹਦੇ ਵਿੱਚ ਸਾਰੇ ਜਿਹੜੇ ਕਹਿ ਸਕਦੇ ਹੈਗੇ ਆਂਗੇ ਤੇਲਗੂ ਭਾਸ਼ਾ ਬੋਲਣ ਵਾਲੇ ਵਿਅਕਤੀ ਸ਼ਾਮਲ ਕਰ ਦਿੱਤੇ ਗਏ ਸੀ। ਓਕੇ, ਨੈਕਸਟ ਹੈ ਜੀ ਤਾਮਿਲਨਾਡੂ ਬਾਰੇ ਵੀ ਆਪਾਂ ਗੱਲ ਕਰ ਲਈਏ ਨਾ, ਸੌਰੀ ਜੀ,
तमिलनाडु। सो तमिलनाडु जिहड़ा है ये 1 नवंबर 1956 ਨੂੰ ਹੋਂਦ ਦੇ ਵਿੱਚ ਆਇਆ ਹੈ ਅਤੇ ਕੇਰਲਾ ਜਿਹੜਾ ਹੈ ਜੀ ਇਹ 1969 ਦੇ ਵਿੱਚ ਆਇਆ ਹੈ ਤੇ ਮਦਰਾਸ ਦੇ ਵਿੱਚੋਂ ਵੱਖ ਕੀਤਾ ਸੀਗਾ। ਓਕੇ, ਕੇਰਲਾ ਵਾਲਾ। ਨੈਕਸਟ ਹੈ ਜੀ 49 ਨੰਬਰ, ਭਾਰਤ ਦੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਗਿਣਤੀ ਕਿੰਨੀ ਹੈ ਜੀ? 9 ਹੈ, 10 ਹੈ, 6 ਹੈ ਤੇ ਜਾਂ ਫਿਰ 8 ਹੈ। ਸੋ ਵਰਤਮਾਨ ਸਮੇਂ ਜਿਹੜੇ ਰਾਜ ਸਾਡੇ ਆ ਉਹ 28 ਹੈਗੇ ਨੇ ਤੇ ਯੂਨੀਅਨ ਟੈਰੀਟਰੀ ਜਿਹੜੀਆਂ ਹੈਗੀਆਂ ਨੇ ਇਹ 8 ਨੇ ਜੀ। ਓਕੇ, ਵੈਸੇ ਇਹ 9 ਹੋ ਗਏ ਸੀਗੇ ਬਟ ਫਿਰ ਇਹ ਵਧਾ ਦਿੱਤੇ ਸੀਗੇ। ਓਕੇ, ਜਦੋਂ ਸ਼ੁਰੂਆਤ ਕੀਤੀ ਗਈ ਸੀਗੀ ਰਾਜ ਬਣਾਉਣ ਦੀ ਉਦੋਂ ਇਹ 6 ਸੀਗੀਆਂ, ਫਿਰ ਇਹ 7 ਹੋ ਗਿਆ, 7 ਤੋਂ ਬਾਅਦ ਫਿਰ ਇਹ 9 ਹੋ ਗਿਆ, 9 ਤੋਂ ਬਾਅਦ ਫਿਰ 8 ਹੋ ਗਏ ਵਰਤਮਾਨ ਸਮੇਂ। ਓਕੇ, ਸੋ ਪਹਿਲਾਂ ਇਹ 9 ਹੋ ਗਏ ਸੀਗੇ। 9 ਕਿਵੇਂ ਹੋ ਗਏ ਸੀਗੇ ਕਿ ਇੱਕ ਤਾਂ ਜੰਮੂ ਐਂਡ ਕਸ਼ਮੀਰ ਜਿਹੜਾ ਹੈ ਉਹਨੂੰ ਰਾਜ ਦਾ ਦਰਜਾ ਖਤਮ ਕਰਕੇ ਯੂਨੀਅਨ ਟੈਰੀਟਰੀ ਬਣਾ ਦਿੱਤਾ ਸੀ। ਉਹਦੇ ਵਿੱਚੋਂ ਹੀ ਇੱਕ ਲਦਾਖ ਖੇਤਰ ਜਿਹੜਾ ਹੈ ਉਸ ਨੂੰ ਵੀ ਇਹਦੇ ਵਿੱਚ ਇਨਕਲੂਡ ਕਰ ਦਿੱਤਾ ਸੀ, ਯੂਨੀਅਨ ਟੈਰੀਟਰੀ ਬਣਾ, ਜਾਣੀ ਕਿ 2 ਬਣ ਗਏ ਸੀਗੇ। ਠੀਕ ਹੈ, ਪਹਿਲਾਂ ਇਹ 7 ਸੀ ਤੇ 2 ਹੋਰ ਬਣ ਗਏ ਸੀ ਤੇ ਇਹ 9 ਹੋ ਗਏ ਸੀਗੇ, ਪਰ ਫਿਰ ਇਹ ਕੁਝ ਸਮੇਂ ਬਾਅਦ 8 ਹੋ ਗਏ। ਓਕੇ, ਇਸੇ ਦੇ ਦੌਰਾਨ ਹੀ ਕਿਉਂ ਹੋ ਗਏ? ਕਿਉਂਕਿ 8ਵਾਂ ਕੀ ਸੀਗਾ ਜਿਹੜਾ 9ਵਾਂ ਸੀ ਉਹਦੇ ਨਾਲ ਨਾ ਥੋੜ੍ਹੀ ਜਿਹੀ ਫੇਰ ਬਦਲੀ ਹੋਈ ਹੈ। ਇੱਕ ਤਾਂ ਸੀਗਾ ਜੀ ਦਮਨ ਤੇ ਦਿਊ, ਦਮਨ ਤੇ ਦਿਊ, ਤੇ ਦੂਸਰਾ ਹੈ ਜੀ ਦਾਦਰਾ ਨਗਰ ਹਵੇਲੀ, ਦਾਦਰਾ ਨਗਰ ਹਵੇਲੀ। ਇਹ ਵੱਖਰੇ ਵੱਖਰੇ ਸੀਗੇ ਪਰ 2020 ਦੇ ਵਿੱਚ ਇਹਨਾਂ ਨੂੰ ਇਕੱਠਾ ਕਰ ਦਿੱਤਾ ਗਿਆ ਹੈ। ਠੀਕ ਹੈ, ਜਿਹਦੇ ਕਾਰਨ ਕਰਕੇ 9 ਤੋਂ ਹੁਣ ਇਹ 8 ਰਹਿ ਗਏ ਹੈਗੇ ਨੇਗੇ। ਠੀਕ ਹੈ, ਇਨਕਲੂਡ ਜੰਮੂ ਕਸ਼ਮੀਰ ਐਂਡ ਲਦਾਖ ਨੂੰ ਵੀ ਕਰਕੇ ਨਵਾਂ। ਓਕੇ, ਤੇ ਇਹ ਵੀ ਯਾਦ ਰੱਖਣਾ ਹੈ ਕਿ 2020 ਦੇ ਵਿੱਚ ਜਿਹੜਾ ਕਹਿ ਸਕਦੇ ਹੈਗੇ ਆ ਕਿ ਜੰਮੂ ਕਸ਼ਮੀਰ ਤੇ ਲਦਾਖ ਯੂਨੀਅਨ ਟੈਰੀਟਰੀ ਬਣੀਆਂ ਹੈਗੀਆਂ ਨੇ, ਇਹ ਵੀ ਨੋਟ ਕਰ ਲਿਓ। ਓਕੇ ਜੀ, ਯੂਨੀਅਨ ਟੈਰੀਟਰੀ ਬਣੇ, ਪਹਿਲਾਂ ਇਹ ਕੀ ਸੀ? ਰਾਜ ਸੀਗੇ। ਨੈਕਸਟ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਨਹੀਂ ਹੈ ਜੀ? ਪਾਂਡੂਚੇਰੀ ਹੈ ਜੀ, ਨਾਗਾਲੈਂਡ ਹੈ, ਦਮਨ ਤੇ ਦਿਊ ਹੈ ਤੇ ਜਾਂ ਫਿਰ ਲਕਸ਼ਦੀਪ। ਸੋ ਸਹੀ ਇਹਦਾ ਆਨਸਰ ਜੀ ਨਾਗਾਲੈਂਡ, ਕਿਉਂਕਿ ਪਾਂਡੂਚੇਰੀ ਵੀ ਜਿਹੜੀ ਹੈ ਯੂਨੀਅਨ ਟੈਰੀਟਰੀ ਹੈਗੀ ਆ, ਦਮਨ ਤੇ ਦਿਊ ਵੀ ਹੈ, ਲਕਸ਼ਦੀਪ ਵੀ ਹੈ, ਚੰਡੀਗੜ੍ਹ ਵੀ ਹੈ, ਦਿੱਲੀ ਵੀ ਹੈਗੀ ਆ ਜੀ। ਓਕੇ, ਸੋ ਇਹ ਕੁਛ ਪ੍ਰਮੁੱਖ ਹੈਗੇ ਨੇ, ਟੋਟਲ ਜਿਹੜੇ ਆ 8 ਹੋ ਜਾਂਦੇ ਹੈਗੇ ਨੇਗੇ। ਓਕੇ, ਸੋ ਲਿਖ ਦਿੰਦੇ ਹਾਂ। ਸੋ ਜਿਨ੍ਹਾਂ ਨੂੰ ਨਹੀਂ ਪਤਾ, ਦਿੱਲੀ, ਚੰਡੀਗੜ੍ਹ, ਹੋ ਸਕਦਾ ਇੱਧਰ ਉੱਧਰ ਹੋ ਜਾਏ ਕਦੀ, ਚੰਡੀਗੜ੍ਹ। ਓਕੇ, ਔਰ ਲਦਾਖ ਹੋ ਜਾਂਦੀ ਹੈ ਜੀ, ਲਦਾਖ ਹੋ ਜਾਂਦੀ ਹੈਗੀ ਆ, ਜੰਮੂ ਐਂਡ ਕਸ਼ਮੀਰ ਹੋ ਜਾਂਦਾ ਹੈ ਜੀ, ਜੰਮੂ ਐਂਡ ਕਸ਼ਮੀਰ 4 ਹੋ ਗਏ ਜੀ, ਔਰ 6ਵੀਂ 7ਵੀਂ ਤੇ 8ਵੀਂ। ਓਕੇ, ਔਰ ਇੱਕ ਹੋਰ ਹੈਗੀ ਆ ਜੀ, ਇੱਥੇ ਨਾਲ ਕਰ ਲਿਓ ਜੀ ਦਮਨ ਤੇ ਦਾਦਰਾ ਨਗਰ ਹਵੇਲੀ, ਦਾਦਰਾ ਨਗਰ ਹਵੇਲੀ ਇਹ ਇਕੱਠੇ ਹੋ ਚੁੱਕੇ ਹੈਗੇ ਨੇਗੇ। ਪਾਂਡੂਚੇਰੀ ਆ ਜਾਂਦੀ, ਲਕਸ਼ਦੀਪ ਆ ਜਾਂਦੀ ਹੈਗੀ ਆ ਜੀ, ਐਂਡ ਅੰਡੇਮਾਨ ਨਿਕੋਬਾਰ ਦੀਪ ਸਮੂਹ। ਇਹ 8 ਯੂਨੀਅਨ ਟੈਰੀਟਰੀਆਂ ਨੇਗੀਆਂ, ਅੰਡੇਮਾਨ ਨਿਕੋਬਾਰ, ਇਹ 8 ਯੂਨੀਅਨ ਟੈਰੀਟਰੀ ਹੈਗੀਆਂ ਨੇ, ਬਟ ਇਹਨਾਂ ਦੇ ਵਿੱਚੋਂ ਨਾਗਾਲੈਂਡ ਜਿਹੜਾ ਹੈ ਉਹ ਇੱਕ ਰਾਜ ਹੈ। ਓਕੇ, ਇਸ ਕਰਕੇ ਉਹ ਫਿਰ ਬਾਹਰ ਹੋ ਜਾਊਗਾ ਇਸ ਤੋਂ। ਨਾਗਾਲੈਂਡ ਜਿਹੜਾ ਹੈ, ਸੌਰੀ, ਨਾਗਾਲੈਂਡ ਜਿਹੜਾ ਫਿਰ ਉਹ ਇੱਥੇ ਇੱਕ ਰਾਜ ਦਾ ਦਰਜਾ ਹਾਸਲ ਕਰਦਾ ਹੈ। ਤੇ ਨਾਗਾਲੈਂਡ ਜਿਹੜਾ ਹੈ ਇਹ ਕਦੋਂ ਬਣਿਆ ਸੀਗਾ? ਹੁਣ ਆਪਾਂ ਇਹ ਵੀ ਗੱਲ ਕਰ ਲਈਏ। ਨਾਗਾਲੈਂਡ ਹੈ ਜੀ ਇਹ ਬਣਿਆ ਸੀ ਜੀ 1 ਦਸੰਬਰ 1963 ਨੂੰ। ਓਕੇ, ਤੇ ਇਹ 16ਵਾਂ ਰਾਜ ਬਣਿਆ ਸੀ ਭਾਰਤ ਦਾ। ਤੇ ਇਹ ਪਹਿਲਾਂ ਜਿਹੜਾ ਕਹਿ ਸਕਦੇ ਹੈਗੇ ਆਂਗੇ 7 ਸਿਸਟਰ ਦਾ ਪਾਰਟ ਸੀਗਾ, ਇੱਕੋ ਸੀਗਾ ਇਹ। ਠੀਕ ਹੈ, ਉਹਦੇ ਅਧੀਨ ਆਉਂਦਾ ਸੀਗਾ, ਬਟ ਬਾਅਦ ਦੇ ਵਿੱਚ ਇਸ ਨੂੰ ਵੱਖਰਾ ਰਾਜ ਬਣਾਇਆ, 16ਵਾਂ ਰਾਜ ਬਣਾਇਆ ਗਿਆ ਸੀਗਾ। ਅਤੇ ਇਹਦੀ ਕੈਪੀਟਲ ਹੈਗੀ ਹੈ ਜੀ ਵਰਤਮਾਨ ਸਮੇਂ ਵੀ ਕੈਪੀਟਲ ਹੈ ਜਿਸ ਦੀ ਕੋਹਿਮਾ, ਕੋਹਿਮਾ ਇਸ ਦੀ ਕੈਪੀਟਲ ਹੈਗੀ। ਓਕੇ, ਇਸ ਤੋਂ ਇਲਾਵਾ ਇਹ ਵੀ ਯਾਦ ਰੱਖਣਾ ਹੈ ਕਿ ਨਾਗਾਲੈਂਡ ਜਿਹੜਾ ਹੈ ਇਹ ਕਿਹੜੇ ਐਕਟ ਦੇ ਅਧੀਨ ਬਣਾਇਆ ਗਿਆ ਸੀ? ਇਹ ਨਾਗਾਲੈਂਡ ਐਕਟ 1962, 1962 ਇਸ ਐਕਟ ਦੇ ਅਧੀਨ ਇਸ ਨੂੰ ਬਣਾਇਆ ਗਿਆ ਸੀ। ਤੇ ਫਸਟ ਇਲੈਕਸ਼ਨ ਜਿਹੜੀਆਂ ਇਸ ਦੀਆਂ ਹੋਈਆਂ ਸੀਗੀਆਂ ਆਜ਼ਾਦ ਹੋਣ ਤੋਂ ਬਾਅਦ, ਯਾਨੀ ਕਿ ਰਾਜ ਬਣਨ ਤੋਂ ਬਾਅਦ, ਉਹ 1 ਜਨਵਰੀ 1964 ਨੂੰ ਹੋਈਆਂ ਸੀਗੀਆਂ। ਓਕੇ, ਤੇ ਇਹਦੀ ਪਹਿਲੀ ਜਿਹੜੀ ਲੈਜਿਸਲੇਟਿਵ ਅਸੈਂਬਲੀ ਬਣੀ ਸੀਗੀ, ਚੁਣੀ ਗਈ ਸੀ ਸਰਕਾਰ ਜਿਹੜੀ ਇਸ ਦੀ, ਉਹ 11 ਫਰਵਰੀ 1964 ਨੂੰ ਚੁਣੀ ਗਈ ਸੀ। ਇਹ ਚੀਜ਼ਾਂ ਇਹਦੇ ਨਾਲ ਰਿਲੇਟਡ ਨੇ। ਓਕੇ ਜੀ, ਨੈਕਸਟ ਚੱਲਦੇ ਹੈਗੇ ਆ ਜੀ 51 ਨੰਬਰ 'ਤੇ। ਕਰਨਾਟਕ ਦਾ ਏਕੀਕਰਨ ਕਿਸ ਸਾਲ ਹੋਇਆ ਜੀ? ਸੋ ਆਪਸ਼ਨ 1 ਹੈ ਜੀ 1956 'ਚ, ਆਪਸ਼ਨ 2 ਹੈ 1957 'ਚ, ਆਪਸ਼ਨ 3 ਹੈ 1958 'ਚ ਅਤੇ ਆਪਸ਼ਨ 4 ਹੈ 1960 ਦੇ ਵਿੱਚ। ਸੋ ਕਰਨਾਟਕ ਦਾ ਏਕੀਕਰਨ ਯਾਨੀ ਕਿ ਕਰਨਾਟਕ ਨੂੰ ਇੱਕ ਰਾਜ ਦੇ ਵਿੱਚ ਤਬਦੀਲ ਕਰਨਾ, ਇਹ ਕਦੋਂ ਦੀ ਪ੍ਰਕਿਰਿਆ ਹੈ ਜੀ? ਸੋ ਹੈ ਜੀ 1956 ਦੇ ਵਿੱਚ। 1 ਨਵੰਬਰ 1956 ਨੂੰ ਹੀ ਇਸ ਨੂੰ ਬਣਾਇਆ ਗਿਆ ਸੀਗਾ।
ओके करनाटक नूं जिहड़ा है मैसूर दे विचों वख करके बनाया गया सीगा, मैसूर दे कुछ खेतर जोड़ के कुछ कढ़ वढ़ के करके ना इस नूं बनाया गया सी। ते भी ध्यान रखियो करनाटक नूं एकीकरण दे लई जिहड़ी कमेटी बनाई गई सी, ठीक है, वो सी जी फजल अली दी कमेटी, फजल अली दी कमेटी या कमीशन। ओके इहदी सिफारिश ते जिहड़ा है करनाटक वो बनाया गया सी 1956 दे विच। नैक्सट है जी 52 नंबर, एक संघी सरकार की शक्ल है जी केंद्र वालों हुक्म, राज्यों तो अपील, केंद्र ते राज्यों के विचकार समझौता या फिर एक पार्टी का शासन। केंद्र वालों हुक्म जिहड़ा है इहदे नहीं आऊगा, राज्यों तो अपील नहीं की जा सकती अते ना ही एक पार्टी का शासन होगा। संघी यानी फेडरलिज्म सिस्टम का मतलब है कि शक्तियां की वंड, तो इत्थे मतलब है कि केंद्र ते राज जिहड़े है वो आपस दे विच समझौता करनगे ताकि वो जिहड़ा शासन प्रबंध है उन्होंने वधिया तरीके दे नाल चला सकन बिना लड़ाई झगड़े तो। ओके सो यही मेन इसका कंसैप्ट है, यही इसकी शक्ल है यानी कि शेप है। नैक्सट है 53 नंबर, संघी राज की मुख्य विशेषता है जी, सो ऑप्शन एक है जी विकेंद्रीकरण, केंद्रीकरण या फिर शक्तियां दे वख होने का सिद्धांत या फिर प्रभुसत्ता। संघी राज की मुख्य विशेषता है डीसेंट्रलाइजेशन, किस दे विचकार जी, सेंटर दे विचकार एंड स्टेट दे विचकार, इन्हां दे विच शक्तियां की वंड नूं विकेंद्रीकरण कहंदे ने। यही फेडरलिज्म की सब तो महत्वपूर्ण डेफिनेशन है। नैक्सट है जी 54 नंबर, किस कमेटी या कमीशन ने केंद्र ਅਤੇ राज्यों के संबंधों की जाँच की सी जी, अशोक मेहता कमेटी ने, इंद्रजीत गुप्ता कमेटी ने या सरकारिया कमीशन ने ते या फिर NN वोहरा कमेटी ने। इत्थे गल की है जी केंद्र सरकार ते राज सरकार के संबंधों के नाल ये इक्को एक कमेटी है सरकारिया कमीशन। सो सरकार के नाल संबंध लाना सरकारिया, बस उत्थों तुसीं याद रखना है कि सरकार के कामां की वंड जिहड़ी है वो सरकारिया कमीशन ने की है। ओके सो ये बारे दसण की जरूरत नहीं क्योंकि काफ़ी फर्क कर लिया। एक है इंद्रजीत कमेटी भी नोट कर लियो, ये 1998 दे विच बनाई गई सीगी। ओके और यदा मुख्य जिहड़ा उद्देश सीगा वो स्टेट फंडिंग ऑफ इलैक्शन दे नाल यह रिलेटिड मन्नी जाती है। ओके और इस तो अलावा अशोक मेहता कमेटी सीगी जिहड़ी ये 1977 दे विच बनाई गई सीगी, ये बनाई गई सीगी जी पंचायती राज दे नाल संबंधित। ओके पंचायती राज ये नाल सी अते इहदे विच 132 रिकमेंडेशन सीगियां वो शामिल सीगियां, ये नोट कर लियो काफ़ी इंपॉर्टेंट है। NN वोहरा कमेटी जिहड़ी है ये 1993 दे विच बनाई गई सीगी। ये सीगी जी जिहड़े करप्ट लीडर हैगे ने, करप्ट पॉलीटिक्स हैगा उहदे नाल रिलेटेड ये कमेटी बनाई गई सीगी। ओके नैक्सट है जी 55 नंबर, 1956 दे विच राज्यां दे पुनर्गठन किया गया जी। 17 राज्यों के 6 केंद्र शासित प्रदेश, 14 भी मैं दस ही दिना, ठीक है। यदा राइट आंसर है जी 14 क्योंकि आप पहला किया हुआ है। 14 राज बनाए गए सीगे जी, 14 स्टेट बनाई गई सीगियां उस समय, और 6 जिहड़ियां यूनीयन टैरीटरी सीगियां इहदे विच वंडिया गया सीगा 1 नवंबर 1956 सॉरी। ओके जी नैक्सट चलते हाँ 56 नंबर पर। भारतीय संघ दे विच किन्ने राज ने जी, 6 भी तुहानूं सारिਆਂ ਨੂੰ आउंदा है ना, सो है 28, काफ़ी इंपॉर्टेंट है। ओके इत्थे एक याद रखने वाली गल यह है कि लास्ट स्टेट जिहड़ी बनी सीगी वो 2014 दे विच बनी सीगी, ठीक है। सो इहदा नाम सी जी आंध्रा प्रदेश रीऑर्गेनाइजेशन एक्ट, आंध्रा प्रदेश रीऑर्गेनाइजेशन एक्ट। इस एक्ट के अधीन जिहड़ी है स्टेट बनी सीगी अते 2014 दे विच आंध्रा प्रदेश के विचों तेलंगाना जिहड़ा है इस नूं वख किया गया सी। ओके 2014 दे विच ये याद रखना है। उस तो बाद फिर 2020 दे विच जिहड़ा है जम्मू एंड कश्मीर नूं राज तो खत्म करके यूनीयन टैरीटरी दे विच तब्दील किया है, जो लास्ट में दस चुकिया है। नैक्सट है जी 57 नंबर, लैकडेव मिनीकोई ते अमीन देवी टापुआं का नाम संसद ने एक एक्ट के द्वारा बदल के लक्षद्वीप रख दिता सी। एक कदों रखा सी, सो ऑप्शन एक है 1973 दे विच, ऑप्शन 2 है 1977 च, ऑप्शन 3 है 1972 दे विच। सो ये रखा गया सी जी 1 नवंबर 1973 नूं लक्षद्वीप, ठीक है। ये पहला लैकडेवे मिनीकोई ते अमीन देवी टापू हुंदे सीगे, इन्हां नूं मिला के बाद दे विच संसद ने 1973 दे विच दा नाम लक्षद्वीप रख दिता सी, काफ़ी इंपॉर्टेंट है। नैक्सट है जी 58 नंबर, जम्मू एंड कश्मीर राज विधान सभा का कार्यकाल कितना है जी
6 ਸਾਲਾਂ ਦਾ, 5 ਸਾਲਾਂ ਦਾ, 4 ਸਾਲਾਂ ਦਾ ਤੇ ਜਾਂ ਫਿਰ 7 ਸਾਲਾਂ ਦਾ। ਜੰਮੂ ਐਂਡ ਕਸ਼ਮੀਰ ਦੀ ਜਿਹੜੀ ਰਾਜ ਵਿਧਾਨ ਸਭਾ ਹੈ ਇਹਦਾ ਹੈ ਜੀ 6 ਸਾਲਾਂ ਦਾ ਕਾਰਜਕਾਲ। ਓਕੇ, ਇਹ ਵੀ ਬਹੁਤ ਇੰਪੋਰਟੈਂਟ ਹੈ, 6 ਸਾਲਾਂ ਦੇ ਕਾਰਜਕਾਲ ਤੱਕ ਬਣਾਇਆ ਗਿਆ। 2016 ਦਾ ਕੁਐਸਚਨ ਹੈ SSC ਦਾ। ਨੈਕਸਟ ਹੈ ਜੀ ਲਾਸਟ ਕੁਐਸਚਨ, ਨਰਮਦਾ ਜਲ ਵਿਵਾਦ ਟ੍ਰਿਬਿਊਨਲ ਦਾ ਗਠਨ ਕੀਤਾ ਗਿਆ ਜੀ ਗੁਜਰਾਤ ਰਾਜਸਥਾਨ ਦੇ ਲਈ, ਗੁਜਰਾਤ ਮਹਾਰਾਸ਼ਟਰ ਦੇ ਲਈ, ਗੁਜਰਾਤ ਮਹਾਰਾਸ਼ਟਰ ਰਾਜਸਥਾਨ ਤੇ ਮੱਧ ਪ੍ਰਦੇਸ਼, ਅਤੇ ਆਪਸ਼ਨ 4 ਹੈ ਜੀ ਗੁਜਰਾਤ ਦਮਨ ਤੇ ਦਿਊ। ਨਰਮਦਾ ਜਲ ਵਿਵਾਦ ਟ੍ਰਿਬਿਊਨਲ ਜਿਹੜਾ ਹੈ ਇਹ ਬਣਾਇਆ ਗਿਆ ਸੀਗਾ ਜੀ 1956 ਦੇ ਵਿੱਚ। ਠੀਕ ਹੈ, ਇਸ ਐਕਟ ਦੇ ਅਧੀਨ ਜਿਹੜੇ ਇਹ ਰਾਜ ਬਣਾਏ ਗਏ ਸੀਗੇ। ਅਤੇ ਜਿਹੜਾ ਟ੍ਰਿਬਿਊਨਲ ਹੈ ਇਹ ਟ੍ਰਿਬਿਊਨਲ ਜਿਹੜਾ ਬਣਾਇਆ ਗਿਆ ਸੀ ਇਹ 6 ਅਕਤੂਬਰ 1969 ਨੂੰ ਬਣਾਇਆ ਗਿਆ ਸੀ, ਤਾਂ ਕਿ ਇਹਨਾਂ ਦੇ ਵਿੱਚ ਪਾਣੀ ਦੀ ਜਿਹੜੀ ਡਿਸਟ੍ਰੀਬਿਊਸ਼ਨ ਹੈ ਉਹ ਇੱਕੋ ਜਿਹੀ ਕਰ ਸਕਣ। ਓਕੇ, ਇਹ ਗੁਜਰਾਤ, ਮਹਾਰਾਸ਼ਟਰ ਅਤੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਇਹਨਾਂ ਦੇ ਨਾਲ ਸੰਬੰਧਿਤ ਹੈ, ਕਿਉਂਕਿ ਇਹਨਾਂ ਰਾਜਾਂ ਦੇ ਵਿੱਚੋਂ ਦੀ ਨਰਮਦਾ ਨਦੀ ਗੁਜ਼ਰਦੀ ਹੈਗੀ ਆ, ਤਾਂ ਉਹਦੇ ਵਿਵਾਦ ਨੂੰ ਲੈ ਕੇ ਜਿਹੜਾ ਕਹਿ ਸਕਦੇ ਹਨ ਉਹਦੇ ਨਾਲ ਸੰਬੰਧ ਮਸਲੇ ਨੂੰ ਲੈ ਕੇ ਇੱਥੇ ਫਿਰ ਇੱਕ ਟ੍ਰਿਬਿਊਨਲ ਬਣਾਇਆ ਸੀ ਜਿਹੜਾ 6 ਅਕਤੂਬਰ 1969 ਨੂੰ ਬਣਾਇਆ ਸੀ। ਡੇਟ ਯਾਦ ਰੱਖ ਲੈਣਾ। ਓਕੇ, ਇਹ 4 ਰਾਜਾਂ ਦੇ ਨਾਲ ਸੰਬੰਧ ਹੈ, ਇਹਨਾਂ ਦੀ ਸਹੀ ਵੰਡ ਜਿਹੜੀ ਕੀਤੀ ਗਈ ਹੈ ਅਤੇ ਇਹਨਾਂ ਦੇ ਵਿੱਚੋਂ ਜਿਹੜੇ ਹੈ ਨਾ ਡੈਮ ਵਗੈਰਾ ਬਣਾਏ ਗਏ ਨੇ ਨਰਮਦਾ ਨਦੀ ਦੇ ਉੱਪਰ, ਉਹ ਸਾਰਾ ਸਿਸਟਮ ਇਹਦੇ ਨਾਲ ਜੁੜਿਆ ਹੋਇਆ ਹੈਗਾ। ਠੀਕ ਹੈ ਜੀ, ਸੋ ਇਹ ਸੀ ਅੱਜ ਦੇ ਸਾਡੇ MCQ। ਸੋ ਉਮੀਦ ਕਰਦਾ ਕਿ ਸਾਰਿਆਂ ਦੇ ਲਈ ਹੈਲਪਫੁਲ ਰਹੇ ਹੋਣਗੇ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮੱਚ।